दिन रव चले निस सस चले, तार का लख पलोए, मुकाम ओही एक है, नानका सच बगोए। ਇਹਦੀ ਕਾਫੀ ਤਫਸੀਲ ਦਾਸ ਆਪ ਜੀ ਦੇ ਸਾਹਮਣੇ ਰੱਖ ਰਹੇ। ਧੁੰਦ ਸੀ ਪਹਿਲੇ ਔਰ ਸਮਾਂ ਵੀ ਨਹੀਂ ਸੀ, ਦਿਨ ਤੇ ਰਾਤ ਵੀ ਨਹੀਂ ਸੀ। ਇੱਕ ਆਵਾਜ਼ ਹੋਈ, ਉਸ ਆਵਾਜ਼ ਨੂੰ ਗੁਰਬਾਣੀ ਕਹਿੰਦੀ ਹੈ ਓੰਕਾਰ। ਉਸ ਨਾਲ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ। ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ। ਇਸ ਨਾਲ ਧੁੰਦ ਪਾਣੀ ਬਣ ਗਈ ਔਰ ਜੋ ਸੂਰਜ ਦਾ ਟੁਕੜਾ, ਜੋ ਅੱਗ ਦਾ ਗੋਲਾ ਸੀ, ਕਾਫੀ ਲੰਬੇ ਸਮੇਂ ਤੋਂ ਬਾਅਦ ਇਹਦਾ ਉਪਰੋਕਤ ਹਿੱਸਾ ਠੰਡਾ ਹੋ ਕੇ ਪੱਥਰ ਦੀ ਸ਼ਕਲ ਵਿੱਚ ਪ੍ਰਗਟ ਹੋਇਆ। ਫਿਰ ਇਹੀ ਪੱਥਰ ਸਮੇਂ ਵਿੱਚ ਗਤੀਮਾਨ ਹੋ ਕੇ ਪ੍ਰਕਿਰਤੀ ਨੇ ਇਸ ਨੂੰ ਮਿੱਟੀ ਦੀ ਸ਼ਕਲ ਦੇ ਕੇ ਬਨਸਪਤੀ ਦੇ ਵਿੱਚ ਬਦਲਿਆ। ਉਸੇ ਬਨਸਪਤੀ ਨੂੰ ਪ੍ਰਕਿਰਤੀ ਨੇ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀਆਂ ਦੇ ਰੂਪ ਵਿੱਚ ਬਦਲਿਆ। ਔਰ ਬਹੁਤ ਲੰਬੀ ਯਾਤਰਾ ਤੋਂ ਬਾਅਦ, ਸਮੇਂ ਤੋਂ ਬਾਅਦ, ਪਸ਼ੂ ਪਕਸ਼ੀਆਂ ਦੇ ਤਨ ਨੂੰ ਘੜ ਘੜ ਕੇ ਪ੍ਰਕਿਰਤੀ ਨੇ ਜਿਸ ਰੂਪ ਵਿੱਚ ਪੇਸ਼ ਕੀਤਾ, ਇਹਨੂੰ ਮਾਨਵ ਕਹਿੰਦੇ ਨੇ, ਮਨੁੱਖ ਕਹਿੰਦੇ ਨੇ, ਇਨਸਾਨ ਕਹਿੰਦੇ ਨੇ। ਯਾਤਰਾ ਇਹ ਬੜੀ ਲੰਬੀ ਹੈ। ਮਨੁੱਖ ਤੋਂ ਪਿੱਛੇ ਨੇ ਪਸ਼ੂ, ਪਸ਼ੂਆਂ ਤੋਂ ਪਿੱਛੇ ਹੈ ਬਨਸਪਤੀ, ਬਨਸਪਤੀ ਤੋਂ ਪਿੱਛੇ ਹੈ ਪੱਥਰ। ਸੰਸਾਰ ਦਾ, ਜੀਵਨ ਦਾ ਆਦ ਪੱਥਰ ਹੈ। ਪੱਥਰ ਟੋਟਲੀ ਸੁੱਤਾ ਹੋਇਆ ਹੈ। ਇਸ ਸੁੱਤੇ ਦੀ ਯਾਤਰਾ ਹੈ, ਪੱਥਰ ਦੀ ਯਾਤਰਾ ਹੈ ਪਰਮਾਤਮਾ ਤੱਕ ਪਹੁੰਚਣ ਦੀ। ਭਾਵ ਪੱਥਰ ਨੇ ਪੂਰਾ ਜਾਗਣਾ ਹੈ। ਮਨੁੱਖ ਦਾ ਤਨ ਤੇ ਪ੍ਰਕਿਰਤੀ ਨੇ ਬੜੇ ਸੋਹਣੇ ਨਾਲ, ਢੰਗ ਨਾਲ ਘੜ ਲਿਆ। ਮਨ ਨੂੰ ਮਨੁੱਖ ਨੇ ਆਪ ਘੜਨਾ। ਅਨਘੜਾ ਮਨ ਹੈ ਮਨੁੱਖ ਦੇ ਕੋਲ। ਇੱਥੇ ਘੜੀਏ ਸੁਰਤ, ਮਤ, ਮਨ, ਬੁੱਧ। ਜਿਵੇਂ ਤਨ ਨੂੰ, ਪੱਥਰ ਨੂੰ ਘੜ ਘੜ ਕੇ ਬਨਸਪਤੀ, ਬਨਸਪਤੀ ਨੂੰ ਘੜ ਘੜ ਕੇ ਪਸ਼ੂ ਪਕਸ਼ੀ, ਤੇ ਉਹਨਾਂ ਦੀ ਘਾੜਤ ਬੜੀ ਸੋਹਣੀ ਬਣਾ ਕੇ ਮਨੁੱਖ, ਇਸੇ ਤਰ੍ਹਾਂ ਕਿਧਰੇ ਪ੍ਰਕਿਰਤੀ ਮਨ ਨੂੰ ਵੀ ਘੜ ਦਿੰਦੀ। ਇਹ ਸਤਸੰਗ, ਇਹ ਕਥਾ ਕੀਰਤਨ, ਇਹ ਜਪ ਤਪ ਦੀ ਲੋੜ ਨਹੀਂ ਸੀ। ਮਨ ਆਪ ਘੜਨਾ ਪਏਗਾ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਬੱਝੀ ਹੋਈ ਜ਼ਿੰਦਗੀ ਹੈ ਪੱਥਰ ਦੀ, ਬਨਸਪਤੀ ਦੀ, ਪਸ਼ੂ ਸੁਤੰਤਰ ਨਹੀਂ ਨੇ। ਆਪਣੇ ਖੁਰਾਕ ਦੇ ਪ੍ਰਤੀ ਵੀ ਸੁਤੰਤਰ ਨਹੀਂ ਨੇ। ਭੁੱਖੀ ਮਰ ਜਾਏਗੀ, ਗਊ ਮਾंस ਨਹੀਂ ਖਾਏਗੀ, ਤੇ ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਉਹਦੀ ਖੁਰਾਕ ਹੀ ਨਹੀਂ ਹੈ। ਖੁਰਾਕ ਦੇ ਸੰਬੰਧ ਵਿੱਚ ਵੀ ਉਹਨਾਂ ਦੀ ਜ਼ਿੰਦਗੀ ਬੱਝੀ ਹੋਈ ਹੈ, ਹਰ ਪਹਿਲੂ 'ਚ ਬੱਝਿਆ ਹੋਇਆ ਹੈ। ਜੀਵਨ ਦੀ ਸਾਰੀ ਭੱਜ ਦੌੜ ਪਸ਼ੂ ਦੀ ਰਿਜ਼ਕ ਵਾਸਤੇ ਹੈ, ਹੋਰ ਕੁਛ ਵੀ ਨਹੀਂ। ਮਨੁੱਖ ਇਹਦੇ ਮਨ ਦਾ ਭਾਗ ਥੋੜਾ ਜਿਹਾ ਜਾਗ ਗਿਆ। ਇਹ ਠੀਕ ਹੈ ਕਿ ਇਹਦੇ ਮਨ ਦਾ ਬਹੁਤ ਸਾਰਾ ਹਿੱਸਾ ਸੁੱਤਾ ਹੋਇਆ ਹੈ। ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ। ਇਸ ਸੰਬੰਧ ਵਿੱਚ ਆਖੋਗੇ
ਕੁਝ ਸਾਡੇ ਹੱਥ ਦੇ 'ਚ ਵੀ ਹੈ ਕਿ ਸਭ ਕੁਝ ਪਰਮਾਤਮਾ ਕਰ ਰਿਹਾ ਹੈ। ਕਿਉਂਕਿ ਜਿਹੜੀ ਸੁਤੰਤਰਤਾ ਸਾਡੇ ਕੋਲ ਹੈ, ਖੁੱਲ੍ਹ ਸਾਡੇ ਕੋਲ ਹੈ, ਇਹ ਪਰਮਾਤਮਾ ਦੀ ਦਿੱਤੀ ਹੋਈ ਹੈ। ਇਸ ਖੁੱਲ੍ਹ ਦੇ 'ਚ ਅਸੀਂ ਜੋ ਕੁਝ ਕਰਾਂਗੇ ਪਰਮਾਤਮਾ ਦੀ ਦਿੱਤੀ ਹੋਈ ਖੁੱਲ੍ਹ ਹੈ। ਮੈਂ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ, ਖੋਲ੍ਹ ਕੇ ਵੀ ਚੱਲ ਸਕਦਾ, ਪਰ ਬੰਦ ਕਰਕੇ ਚਲਿਆ, ਠੋਕਰ ਖਾ ਗਿਆ, ਗਿਰ ਗਿਆ, ਚੋਟ ਲੱਗ ਗਈ, ਇਹਦੇ 'ਚ ਪਰਮਾਤਮਾ ਦਾ ਦੋਸ਼ ਨਹੀਂ। ਮੈਂ ਅੱਖਾਂ ਖੋਲ੍ਹ ਕੇ ਵੀ ਚੱਲ ਸਕਦਾ ਸੀ। ਜਿਹੜਾ ਅਸੀਂ ਕਹਿੰਦੇ ਹਾਂ ਸਾਡੇ ਹੱਥ ਦੇ 'ਚ ਕੁਛ ਨਹੀਂ, ਇਹ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ। ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੇਂ, ਜਿਉ ਭਾਵੇ ਤਿਵੇਂ ਬਖਸ਼। ਪੰਚ ਤਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਮਨੁੱਖ ਛੇਵਾਂ ਤਤ ਨਹੀਂ ਬਣਾ ਸਕਦਾ, ਮਜਬੂਰ ਹੈ। ਇਹਦੀ ਕਾਇਆ ਪੰਜ ਤਤ ਦੀ ਹੈ, ਸਾਰਾ ਬ੍ਰਹਿਮੰਡ ਪੰਜ ਤਤਾਂ। ਇਹ ਗੱਲ ਵੀ ਵੱਖਰੀ ਹੈ। ਈਸਾਈਅਤ, ਯਹੂਦੀ, ਇਸਲਾਮ ਪੰਜ ਤਤ ਵੀ ਨਹੀਂ ਮੰਨਦੇ, ਚਾਰ ਮੰਨਦੇ ਨੇ। ਪ੍ਰਿਥਵੀ ਨੂੰ, ਮਿੱਟੀ ਨੂੰ ਮੰਨਦੇ ਨੇ, ਪਾਣੀ ਨੂੰ ਮੰਨਦੇ ਨੇ, ਹਵਾ ਨੂੰ ਮੰਨਦੇ ਨੇ, ਅਗਨੀ ਨੂੰ ਮੰਨਦੇ ਨੇ, ਆਕਾਸ਼ ਨੂੰ ਨਹੀਂ ਮੰਨਦੇ। ਇਸਲਾਮ ਚਾਰ ਤਤ ਮੰਨਦਾ ਹੈ, ਈਸਾਈਅਤ ਚਾਰ ਤਤ ਮੰਨਦੀ ਹੈ, ਪੰਜ ਨਹੀਂ। ਪੰਜ ਤਤ ਭਾਰਤ ਦੇ ਧਰਮ ਮੰਨਦੇ ਨੇ, ਬੌਧ ਮਤ, ਜੈਨ ਮਤ, ਸਨਾਤਨ ਮਤ, ਸਿੱਖ ਮਤ। ਇੱਕ ਚੰਗੇ ਸਿਆਣੇ ਦਾਰਸ਼ਨਿਕ ਮੁਸਲਿਮ ਵੀਰ ਨੇ ਪ੍ਰਸ਼ਨ ਕੀਤਾ ਸੀ ਮੇਰੇ ਤੇ, ਬਹੁਤ ਚਿਰ ਹੋ ਗਿਆ, ਵੀ ਸਰੀਰ ਦੇ 'ਚ ਆਕਾਸ਼ ਕਿੱਥੇ ਹੈ? ਸਰੀਰ ਦੇ 'ਚ ਪਾਣੀ ਤੇ ਹੈ, ਅਗਨੀ ਤੇ ਹੈ, ਪਵਨ ਤੇ ਹੈ, ਇਹ ਮਿੱਟੀ ਦਾ ਪੁਤਲਾ ਤੇ ਹੈ। ਇਹ ਚਾਰ ਤੱਤ ਸਰੀਰ ਦੇ 'ਚ ਦਿਖਾਈ ਦੇ ਰਹੇ ਨੇ, ਪੰਜਵਾਂ ਕਿੱਥੇ ਹੈ? ਇਹ ਪੰਜਵਾਂ ਐਵੇਂ ਕਲਪਿਤ ਹੈ, ਕਲਪਨਾ ਹੈ। ਸਰੀਰ ਦੇ 'ਚ ਪੰਜਵਾਂ ਤੱਤ ਕੋਈ ਨਹੀਂ। ਔਰ ਉਹਨੇ ਅੱਗੇ ਚੱਲ ਕੇ ਮੈਨੂੰ ਇਹ ਆਖਿਆ, ਜੋ ਕਿਧਰੇ ਪੁਰਾਣੇ ਰਿਸ਼ੀ ਮੁਨੀਆਂ ਸਨਾਤਨ ਮਤ ਨੇ ਆਖਿਆ, ਉਹੀ ਮੱਖੀ ਤੇ ਮੱਖੀ ਮਾਰੀ ਗੁਰਮਤ ਨੇ ਇੰਜ ਕਿਹਾ। ਅਜੇ ਤੱਕ ਸ਼ਬਦ ਮੈਨੂੰ ਯਾਦ ਨੇ ਕਿ ਤਤ ਤੇ ਚਾਰ ਨੇ, ਪੰਜਵਾਂ ਕਿੱਥੇ? ਮੈਂ ਕਿਹਾ ਇਸ ਤਰ੍ਹਾਂ ਇਹ ਚਾਰ ਤਤ ਪੰਜਵੇਂ ਤਤ ਦੇ ਅੰਦਰ ਨੇ। ਆਕਾਸ਼, ਸਪੇਸ ਵੀ ਤੇ ਚਾਹੀਦਾ ਹੈ, ਅਸਥਾਨ ਵੀ ਤੇ ਚਾਹੀਦਾ ਹੈ, ਜਗ੍ਹਾ ਵੀ ਤੇ ਚਾਹੀਦੀ ਹੈ, ਜਿਹਦੇ 'ਚ ਪਾਣੀ ਹੋਵੇ, ਧਰਤੀ ਹੋਵੇ, ਹਵਾ ਹੋਵੇ, ਅਗਨੀ ਹੋਵੇ। ਜੇ ਜਗ੍ਹਾ ਹੀ ਕੋਈ ਨਹੀਂ, ਸਪੇਸ ਕੋਈ ਨਹੀਂ, ਇਹ ਸਾਗਰ ਕਿੱਥੇ ਹੋਵੇਗਾ? ਇਹ ਧਰਤੀ ਕਿੱਥੇ ਹੋਵੇਗੀ? ਇਹ ਪਾਣੀ, ਇਹ ਪਵਨ, ਇਹ ਅਗਨ। ਇਸ ਤਨ ਨੂੰ ਹੋਣ ਵਾਸਤੇ ਅਸਥਾਨ ਵੀ ਤੇ ਚਾਹੀਦਾ ਹੈ, ਸਪੇਸ ਵੀ ਤੇ ਚਾਹੀਦਾ ਹੈ, ਜਗ੍ਹਾ ਵੀ ਤੇ ਚਾਹੀਦੀ ਹੈ। ਪੰਜਵੇਂ ਤੱਤ ਦੇ ਅੰਦਰ ਇਹ ਸਰੀਰ ਹੈ। ਚਾਰ ਤੱਤ ਸਰੀਰ ਦੇ ਅੰਦਰ ਨੇ, ਸਰੀਰ ਪੰਜਵੇਂ ਤੱਤ ਦੇ ਅੰਦਰ। ਉਮੀਦ ਇਹ ਗੱਲ ਆਪ ਦੀ ਪਕੜ ਦੇ ਚਾਹੀ। ਉਸਨੇ ਮੈਨੂੰ ਫਿਰ ਇੰਨਾ ਆਖਿਆ ਵੀ ਇਹ ਭਾਰਤ ਦੇ ਸੰਤ ਤੇ ਬੜੇ ਬਾਰੀਕ ਜਾਂਦੇ ਨੇ, ਬਾਲ ਦੀ ਖੱਲ ਕੱਢਦੇ ਨੇ। ਔਰ ਵਾਕਈ ਧਰਮ ਦਾ ਗਿਆਨ, ਪ੍ਰਕਿਰਤੀ ਦਾ ਗਿਆਨ ਜੋ ਭਾਰਤ ਦੇ ਧਰਮ ਗ੍ਰੰਥਾਂ 'ਚ ਹੈ, ਬਾਕੀ ਨਹੀਂ ਹੈ ਕਿਧਰੇ। ਇਹ ਵੀ ਮੈਂ ਅਰਜ਼ ਕਰਦਾ। ਖੈਰ, ਇਸ ਨੂੰ ਹੁਣ ਮੈਂ ਬਹੁਤਾ ਨਾ ਖੋਲਾਂ। ਪੰਜ ਤਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਨ੍ਹਾਂ ਪੰਜ ਤੱਤਾਂ ਦੇ 'ਚ ਜੋ ਕੁਛ ਮਨੁੱਖ ਕਰੇ, ਕਰ ਸਕਦਾ, ਸੁਤੰਤਰ ਹੈ। ਪਰ ਆਖੇ ਮੈਂ ਕੋਈ ਛੇਵਾਂ ਤੱਤ ਬਣਾ ਕੇ ਤੇ ਫਿਰ ਕੁਝ ਕਿਰਿਆ ਕਰਨੀ ਹੈ, ਨਹੀਂ ਬਣਾ ਸਕਦਾ। ਇਹਦੇ ਹੱਥ 'ਚ ਨਹੀਂ ਹੈ।
ਇਹਦੀ ਸ਼ਕਤੀ ਦੀ ਸੀਮਾ ਵਿੱਚ ਇਹ ਨਹੀਂ ਹੈ ਕਿ ਛੇਵਾਂ ਤਤ ਬਣਾ ਲਵੇ। ਮਨੁੱਖ ਸੁਤੰਤਰ ਹੈ ਜਿਤਨੀ ਇਹਦੇ ਕੋਲ ਸ਼ਕਤੀ ਹੈ। ਮਨੁੱਖ ਪਤੰਤਰ ਹੈ, ਸ਼ਕਤੀ ਤੋਂ ਵੱਧ ਕੁਝ ਵੀ ਨਹੀਂ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਕਿਉਂਕਿ ਸਿਰਫ ਇਸੇ ਇੱਕ ਵਿਸ਼ੇ ਨੂੰ ਮੈਂ ਬਹੁਤਾ ਨਹੀਂ ਖੋਲ੍ਹਣਾ। ਕਈ ਕਹਿਣ ਲੱਗ ਪੈਂਦੇ ਨੇ ਜਦੋਂ ਰੱਬ ਜਪ ਆਏਗਾ ਉਦੋਂ ਜਪ ਲਵਾਂਗੇ। ਇਹਦਾ ਮਤਲਬ ਹੈ ਜੇ ਰੱਬ ਇਹੀ ਆਖਦਾ ਹੈ ਤੂੰ ਸ਼ਰਾਬ ਵੀ ਪੀਤੀ ਜਾ। ਜਦੋਂ ਰੱਬ ਸੱਚ ਬੁਲਾਏਗਾ ਬੋਲ ਦਿਆਂਗੇ। ਇਹਦਾ ਮਤਲਬ ਹੈ ਜੇ ਰੱਬ ਚਾਹੁੰਦਾ ਤੂੰ ਝੂਠ ਹੀ ਬੋਲੀ ਜਾ। ਇਹ ਸਾਰੀਆਂ ਬਹਾਨੇਬਾਜ਼ੀਆਂ ਨੇ। ਕਬੀਰ ਮਨ ਜਾਣੇ ਸਭ ਬਾਤ, ਬਣ ਜਾਣਤ ਹੀ ਔਗਣ ਕਰੇ। ਮਨੁੱਖ ਦਾ ਮਨ ਸਭ ਕੁਝ ਜਾਣਦਾ ਹੈ। ਜਾਣਤ ਹੀ ਔਗਣ ਕਰੇ, ਜਾਣਦਿਆਂ ਹੋਇਆ ਔਗਣ ਕਰਦਾ ਹੈ। ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਬੁੱਧ ਦਾ ਦੀਪਕ ਹੱਥ ਦੇ 'ਚ ਫਿਰ ਖੂਹ ਦੇ 'ਚ ਗਿਰਦਾ ਹੈ, ਗਿਰਦਾ ਹੈ। ਇਸ ਵਾਸਤੇ ਮਨੁੱਖ ਨੂੰ ਭੋਗ ਯੋਨੀ ਨਹੀਂ ਆਖਿਆ ਗਿਆ, ਕਰਮ ਯੋਨੀ ਆਖਿਆ ਗਿਆ। ਕਰਮ ਇੱਕ ਬੀਜ ਹੈ। ਇਹ ਜੀਵਨ ਅੰਤਿਸ਼ਕਰਨ ਇੱਕ ਧਰਤੀ ਹੈ। ਦੁੱਖ ਤੇ ਸੁੱਖ ਫਲ ਨੇ, ਇਹ ਫਲ ਹੈ। ਅਗਰ ਮੈਂ ਦੁਖੀ ਹਾਂ तो फिर मैं बीज कोई गलत बो बैठा। अगर मेरे कोल सुख है तो फिर मैं बीज कोई सही बोए ने। हज़ारां तरह दे फल ने और हज़ारां तरह दा उन्हां दा बीज है। जीवन दी धरती दे असी हज़ारां तरह दे बीज बोंदे हां, फल सिर्फ दो ही ने, दुख और सुख। दुख और सुख ये दोवें फल ने। बाबा फरीद कहते ने लोड़े दाख बिजौरियां किकर बीजे जट। बिजौर बलोचिस्तान के इलाके च एक इलाका है बिजौर। अफगानिस्तान पाकिस्तान दे विचकार। उत्थों दी दाख अंगूर बड़े मशहूर, बड़े स्वादी और बाकी जगह नालों महंगे बिकते हैं। बिजौर दी दाख, बिजौर दे अंगूर। चूँकि बाबा जी, बाबा फरीद अफगानिस्तान तो आए सन, इस वास्ते इस इलाके की उन्होंने सूझबूझ ज़्यादा सी। लोड़े दाख बिजौरियां मंगदा है बिजौर दी दाख अंगूर। किकर बीजे जट, बूटा किकर दा लंदा मंगदा अंगूर है। हंडे उन कताएं दा पैंदा लोड़े पट। चरखे विच कतदा उन है, मंगदा रेशम है। ये किस तरह हो सकता है? ये नहीं हो सकता। जमीन दे जो कुछ बीजते हैं वही सानों मिलता है। जीवन दे भी जो कुछ कर्म करते हैं वही सानों मिलता है। फर्क सिर्फ इतना है कि धरती दे बीजिया किसी ने खांदा कोई पे है। जीवन की धरती दे आप बीज आपे ही खाए। खुद बीजे खुद खाना पेगा। परमात्मा दे दरबार विच साडे मजहब, रंग, रूप, जात पात दी विचार नहीं आउंदी। किहदी आउंदी है? करमे करमे होए विचार, सच्चा आप सच्चा दरबार। उस सच्चे दे दरबार विच साडी भाषा, साडे रंग रूप दी विचार नहीं आउंदी, मजहब दी विचार नहीं आउंदी। चलो मैं इतना अर्ज करा, चक्र चैन रंग रूप तो परमात्मा न्यारा है।
जात पात तो परमात्मा न्यारा है, मजहब तो भी न्यारा है। नमस्तं अमजबे नमस्तस्त अजबे, नमस्कार है प्रभु तेनू तेरा कोई मजहब नहीं है। ना तू हिंदू है, ना तू मुस्लिम है, ना तू सिख है, ना तू क्रिश्चन है, ना तू यहूदी है, ना तू पारसी है, ना तू जैनी है, ना तू बौद्धी है। हे प्रभु तेरा कोई मजहब नहीं। पंक्तियां गुरु गोबिंद सिंह जी दियां फिर मैं थोड़े सामने रखा। वो मजहब के मुताबिक फैसला नहीं करता, रंग रूप के मुताबिक, भाषा के मुताबिक फैसला नहीं करता। क्यों? उदा अपना ही रंग रूप नहीं है, अरूप है, अनूप है। उदा अपना ही कोई आकार ते जात पात नहीं है, ना तात है, ना मात है, ना जात है, ना पात है। उदा अपना ही कोई मजहब नहीं है, ना मस्तंग अमजबे ना मस्तस्त अजबे। नमस्कार है प्रभु तेनू तेरा कोई मजहब नहीं है, तू अजब स्वरूप। फिर साडा फैसला किस तरह होता है? करमे करमे होए विचार, सच्चा आप सच्चा दरबार। कर्मां दी विचार पशुआं दी नहीं आउंदी। क्यों? उन्हां कोल विकसित मन नहीं है, समझ नहीं है, समझ तो थल्ले जी रहे हैं। मनुख कोल समझ है, पर समझ अजे सीमित है, समझ नूं ये असीम कर सकता है। ये भी मैं अर्ज कर दिया। हार परियो स्वामी के द्वारे दीजे बुद्ध विवेका। हे प्रभु तू मैनू ओ बुद्ध दे जिहड़ी तैनू समझ सकदी है। अजे ते जिहड़ी मेरे कोल बुद्ध है परिवार नू समझ सकदी है, पदार्थां नू समझ सकदी है, पशु दी ते परिवारक जिंदगी भी नहीं है। नानके दादके सहुरे इस तरह का परिवार पशुआं दे च नहीं है। भावें हैं उन्हां दे भी नानके दादके सहुरे होंदे ने, पर समझ नहीं है। चाचे ताए मामे मासियां धियां भैणां दी समझ नहीं है। परिवार दे होंदे होया पशु परिवार तो बिना जीवदा है। क्यों? समझ नहीं है, समझ नहीं है। निरंकार दे होंदे होया मनुख निरंकार तो बिना जीवदा है। क्यों? समझ नहीं है, समझ नहीं। जिहड़ी समझ है मनुख कोल संसार दी है। स्कूल कॉलेज विद्यालय विश्वविद्यालय ये सब मनुख की अकल नूं विकसित कर रहे हैं, सिर्फ समझा संसार समझण वास्ते। संसार का अज ज्ञान बहुत ज़्यादा है। परमात्मा के प्रति अज मनुख जितना अज्ञानी है पहले नहीं से, ये भी महसूस करें। ये कॉलेज ये स्कूल ठीक है, चंगे इंजीनियर लॉयर डॉक्टर साइंटिस्ट पैदा कर रहे हैं, कोई भी भगत नहीं पैदा कर रहे। ना भगत पैदा करने की उन्हों की रुचि है, ना उन्होंने कोल साधन है। और मैं ये अर्ज करा, धर्म नूं करीबन करीबन मनुख ने साधन की तरह रखे होया है, लक्ष्य की तरह नहीं। लक्ष्य की तरह नहीं रखे, साधन की तरह। जबकि धर्म लक्ष्य है, धन साधन है। पर मनुख का जिहड़ा मन है गुरबाणी अनुसार इहदे च लोभ प्रधान है। लब पाप दोए राजा महता कूड़ होआ सिकदा। लोड़ां प्राकृतिक ने और लोड़ां की पूर्ति करना और पूर्ति करने वास्ते यतन करना मनुख का फर्ज है, धर्म है। उदम करेंदियां जीव और लोड़ां की पूर्ति हो सकती है, लोभ की पूर्ति नहीं होती, हो ही नहीं सकती।
ਲੋੜਾਂ ਸੀਮਤ ਨੇ ਸਾਡੀਆਂ, ਲੋਭ ਦੀ ਕੋਈ ਸੀਮਾ ਨਹੀਂ, ਕੋਈ ਸੀਮਾ ਨਹੀਂ। ਫਿਰ ਇਹ ਲੋਭ ਕੁਛ ਵੀ ਨਹੀਂ ਕਰਨ ਦੇਗਾ। ਚਲੋ ਇਸ ਨੂੰ ਮੈਂ ਥੋੜਾ ਜਿਹਾ ਖੋਲ ਕੇ ਬਿਆਨ ਕਰਾਂ। ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ, ਪਰ ਸਿਰਫ ਧਨ ਵਾਸਤੇ ਜੀਵਣਾ, ਇਹ ਜੀਵਣਾ ਕੋਈ ਜੀਵਣਾ ਨਹੀਂ। ਰੋਟੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ, ਪਰ ਸਿਰਫ ਰੋਟੀ ਵਾਸਤੇ ਜੀਵਣਾ, ਇਹ ਜੀਵਨ ਕੋਈ ਜੀਵਨ ਨਹੀਂ। ਰੋਟੀ ਲੋੜ ਹੈ, ਧਨ ਲੋੜ ਹੈ। ਇਹਨੂੰ ਜਨਾਬ ਕਵੀ ਰਹੀਮ ਦਰਬਾਰੇ ਅਕਬਰੀ ਦੇ 9 ਰਤਨਾਂ ਦੇ ਚੋਂ ਇੱਕ ਰਤਨ ਇੰਜ ਬਿਆਨ ਕਰਦੇ ਨੇ। ਪਾਣੀ ਬਾੜੇ ਨਾव में, घर में बाड़े दाम, दोनों हाथ उलीचिए यही सज्जन को काम। ਕਹਿੰਦੇ ਪਾਣੀ ਤੋਂ ਬਿਨਾ ਬੇੜੀ ਚੱਲ ਨਹੀਂ ਸਕਦੀ। ਚੱਲਣ ਵਾਸਤੇ ਪਾਣੀ ਚਾਹੀਦਾ ਹੈ, ਪਰ ਪਾਣੀ ਤੋਂ ਬਿਨਾ ਬੇੜੀ ਡੁੱਬ ਨਹੀਂ ਸਕਦੀ। ਡੁੱਬਣ ਵਾਸਤੇ ਵੀ ਪਾਣੀ ਚਾਹੀਦਾ। ਬੇੜੀ ਚੱਲਦੀ ਹੈ ਪਾਣੀ ਦੇ ਵਿੱਚ, ਬੇੜੀ ਡੁੱਬਦੀ ਹੈ ਪਾਣੀ ਦੇ ਵਿੱਚ। ਧਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ, ਪਰ ਜਦ ਡੁੱਬਦੀ ਹੈ ਤਾਂ ਧਨ ਦੇ 'ਚ ਹੀ ਡੁੱਬ ਕੇ ਰਹਿ ਜਾਂਦੀ। ਪਰਿਵਾਰ ਤੋਂ ਬਿਨਾ ਜ਼ਿੰਦਗੀ ਦੀ ਨੌਕਾ ਚੱਲ ਨਹੀਂ ਸਕਦੀ, ਪਰ ਜਦ ਡੁੱਬਦੀ ਹੈ ਤਾਂ ਪਰਿਵਾਰ ਦੇ 'ਚ ਹੀ ਗਰਕ ਹੋ ਕੇ ਰਹਿ ਜਾਂਦੀ। ਕਾਰੋਬਾਰ ਤੋਂ ਬਿਨਾ ਜੀਵਨ ਚੱਲ ਨਹੀਂ ਸਕਦਾ। ਇਹ ਬੇੜੀ ਚੱਲ ਨਹੀਂ ਸਕਦੀ, ਪਰ ਡੁੱਬਦੀ ਹੈ ਤਾਂ ਕਾਰੋਬਾਰ ਦੇ 'ਚ ਹੀ ਗਰਕ ਹੋ ਕੇ ਰਹਿ ਜਾਂਦੀ। ਤੇ ਬੜੇ ਧਿਆਨ ਨਾਲ ਸੁਣਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਮ ਦੇਖਾਂ ਤੈਂ ਡੁੱਬਿਆ ਨੇ। ਮੈਂ ਤੇ ਦੇਖਦਾ ਸਭ ਬੇੜੀਆਂ ਡੁੱਬੀਆਂ ਪਈਆਂ, ਗਰਕ।